ਵਾਲਦ ਸਾਹਿਬ ਨਾਲ ਤੁਹਾਡੇ ਅੱਬਾ ਜੀ ਦਾ ਤਲਕ ਸੀ। ਠੀਕ ਹੈ। ਤੁਸੀਂ ਨਾ ਭਾਂਬੜੀ ਸਾਹਿਬ ਨੇ ਸ਼ੁਰੂ ਦੁਕਾਨ ਮੈਨੂੰ ਲੈ ਕੇ ਦਿੱਤੀ ਸੀ ਬਸ਼ਾਰਤ ਮਾਰਕੀਟ। ਤੁਸੀਂ ਥੋੜਾ ਜਿਹਾ ਨਾ ਪਹਿਲੇ ਮੈਨੂੰ ਇਹ ਦੱਸੋ ਆਪਣਾ ਪੂਰਾ ਨਾਮ ਜਿਹੜਾ ਨਾ ਉਹ ਸਟਾਰਟ ਦੱਸੋ, ਪੂਰਾ ਨਾਮ ਦੱਸੋ ਆਪਣਾ। ਮੈਂ ਤਾਂ ਦੱਸ ਰਿਹਾ ਜੀ। ਨਹੀਂ ਦੱਸੋ ਆਪਣਾ, ਆਪਣੇ ਮੂੰਹ ਨਾਲ ਦੱਸੋ ਨਾ ਮੇਰਾ ਜ਼ਬਾਨ। ਨਾਮ ਮਨਜ਼ੂਰ ਅਹਿਮਦ ਪਾਲ ਹੈ। ਮਨਜ਼ੂਰ ਅਹਿਮਦ ਪਾਲ ਐਮਏ ਪਾਲ ਹੇਅਰ ਡਰੈਸਰ ਤੋਂ ਮੇਰੀ ਰਬੂਆ ਚ ਦੁਕਾਨ ਸੀ। ਸਨ 70 ਤੋਂ ਬਸ਼ਾਰਤ ਮਾਰਕੀਟ ਬਣੀ ਸੀ। ਹਾਂਜੀ, ਉਸ ਬਸ਼ਾਰਤ ਮਾਰਕੀਟ 'ਚ ਮੇਰੀ ਦੁਕਾਨ ਸੀ। ਠੀਕ ਹੈ। ਤੁਹਾਡੇ ਵਾਲਦ ਸਾਹਿਬ ਦਾ ਨਾਮ ਸੀ ਗੁਲਜ਼ਾਰ ਅਹਿਮਦ। ਵਾਲਦ ਸਾਹਿਬ ਦਾ ਨਾਮ ਸੀ ਮੁਹੰਮਦ ਗੁਲਜ਼ਾਰ। ਠੀਕ ਹੈ। ਉਹਨਾਂ ਦੀ 70 ਤੋਂ ਬਾਅਦ 'ਚ ਵੀ ਦੁਕਾਨ ਰਹੀ ਹੈ, ਕਿਉਂਕਿ ਉਹ ਜਾ ਕੇ 79 ਫੌਤ ਹੋਏ ਨੇ, ਉਦੋਂ ਦੁਕਾਨ ਉਹਨਾਂ ਦੀ ਖਤਮ ਹੋਈ ਸੀ। ਅੱਛਾ, ਠੀਕ ਹੈ। ਉਹਨਾਂ ਦੀ ਰਬੂਆ 'ਚ ਦੁਕਾਨ ਰਹੀ ਹੈ। ਅੱਛਾ। ਤੇ ਸ਼ੁਰੂ ਤੋਂ ਉਹ ਕੁਛ ਹੋਰ ਤਬੀਅਤ ਦੇ ਬੰਦੇ ਸਨ। ਮੈਂ ਕਿਉਂਕਿ ਜਵਾਨੀ ਜਿਸਲੇ ਆਇਆ ਤੇ ਮੇਰਾ ਜ਼ੇਨ ਸੀ ਵੀ ਦੁਨੀਆ ਦੀ ਰੰਗ ਰੰਗੀਆਂ ਵੇਖਾਂ। ਅੱਛਾ, ਠੀਕ ਹੈ। ਵਾਲਦ ਸਾਹਿਬ ਕਹਿੰਦੇ ਨੇ ਹਜ਼ਰਤ ਖਲੀਫਤ ਮਸੀਹ ਸਾਨੀ ਰਜ਼ੀ ਅੱਲਾਹ ਤਾਲਾ ਅਨਹੁ ਨੇ ਵਾਅਦਾ ਕੀਤਾ ਕਸਾਂ ਸ਼ਹਿਰ ਆਬਾਦ ਕਰਨਾ, ਇਸ ਵਾਸਤੇ ਇੱਥੇ ਹੀ ਰਹਿਣਾ। ਠੀਕ ਹੈ। ਰੋਟੀ ਚਾਹੀਦੀ ਹੈ, ਰੋਟੀ ਰੱਬ ਸਾਨੂੰ ਦਿੰਦਾ ਪਿਆ। ਠੀਕ ਹੈ, ਬਿਲਕੁਲ ਸਹੀ ਹੋ ਗਿਆ। ਸਿਰਫ ਉਹਨਾਂ ਦਾ ਰੋਟੀ ਤੱਕ ਸੀ ਤੇ ਮੈਂ ਥੋੜੇ ਜਿਹੇ ਆਪਣੇ ਰਿਸ਼ਤੇਦਾਰ ਜੀ ਦੂਜੇ ਤੀਜੇ ਵੇਖ ਕੇ ਹਾਂਜੀ ਉਹਨਾਂ ਨਾਲ ਕੋਈ ਥੋੜਾ ਜਿਹਾ ਹੋਰ ਤਰ੍ਹਾਂ ਦਾ ਮੇਰਾ ਜ਼ੇਨ ਸੀ। ਅੱਛਾ। ਮੈਂ ਕਰਾਚੀ ਨਸ ਗਿਆ ਸਾਂ ਵਾਲਦ ਸਾਹਿਬ ਦੱਸਣ ਤੋਂ ਬਗੈਰ। ਅੱਛਾ। ਵਾਲਦ ਸਾਹਿਬ ਨੇ ਬਜ਼ਰੀਆ ਅਮੂਰਾਮਾ ਮੌਲੀ ਭਾਂਬੜੀ ਸਾਹਿਬ ਨੇ ਖਤ ਲਿਖਿਆ ਮੌਲੀ ਸੁਲਤਾਨ ਮਹਮੂਦ ਅਨਵਰ ਸਾਹਿਬ ਨੂੰ। ਅੱਛਾ। ਉਹ ਉਦੋਂ ਕਰਾਚੀ ਸਨ। ਉਹਨਾਂ ਨੇ ਮੇਰੇ ਨਾਲ ਰਾਬਤਾ ਕਰਕੇ ਅੱਛਾ ਉਹਨਾਂ ਆਖਿਆ ਅਗਰ ਖੁਦ ਚਲਾ ਜਾਏਗਾ ਤੇ ਠੀਕ ਹੈ, ਨਹੀਂ ਤੇ ਤੇਰੇ ਨਾਲ 2 ਖਦਾਮ ਭੇਜਾਂਗੇ ਜਿਹੜੇ ਤੈਨੂੰ ਰਬੂਆ ਛੱਡ ਕੇ ਆਣਗੇ। ਅੱਛਾ, ਇਹ ਮੌਲਾਨਾ ਸੁਲਤਾਨ ਮਹਮੂਦ ਅਨਵਰ ਸਾਹਿਬ, ਅੱਲਾਹ ਤਾਲਾ ਜੰਨਤ ਨਸੀਬ ਕਰੇ। ਉਸ ਤੋਂ ਬਾਅਦ ਮਾਟਨ ਰੋਡ ਦੀ ਮਜਲਿਸ ਵਿੱਚ ਅਨਸਾਰੁੱਲਾ ਦਾ ਇਤਮਾਦ ਸੀ। ਅੱਛਾ। ਮੌਲਾਨਾ ਅਬੁਲ ਉਤਾ ਸਾਹਿਬ ਉੱਥੇ ਮਰਕਜ਼ ਦੀ ਤਰਫੋਂ ਨੁਮਾਇੰਦੇ ਦੇ ਤੌਰ ਤੇ ਗਏ ਸਨ। ਠੀਕ। ਉਹਨਾਂ ਨੇ ਮੈਨੂੰ ਤਲਾਸ਼ ਕੀਤਾ ਕਰਾਚੀ 'ਚ, ਇਸ ਤਰ੍ਹਾਂ ਫਲਾਣਾ ਬੰਦਾ ਅਜਮਲ ਸਾਹਿਬ ਸਾਡੇ ਹਲਕੇ ਦੇ ਮਰਬੀ ਸਨ। ਉਹਨਾਂ ਨੇ ਮੈਨੂੰ ਤਲਾਸ਼ ਕੀਤਾ ਕਿ ਤੈਨੂੰ ਮੌਲਾਨਾ ਸੁਲਤਾਨ ਮਹਮੂਦ ਅਨਵਰ ਸਾਹਿਬ ਬੁਲਾਉਂਦੇ ਨੇ। ਅੱਛਾ। ਐ ਨਹੀਂ, ਮੌਲਾਨਾ ਅਬੁਲ ਉਤਾ ਸਾਹਿਬ। ਅੱਛਾ 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 ਅੱਛਾ। ਮੈਂ ਮਾਟਨ ਰੋਡ ਦੀ ਮਸਜਿਦ 'ਚ ਗਿਆ। ਹਾਂ, ਮਾਸ਼ਾਅੱਲਾ ਤੁਹਾਡਾ ਖਿਤਾਬ ਖਤਮ ਹੋ ਗਿਆ। ਅੱਛਾ ਅੱਛਾ ਅੱਛਾ। ਹਾਂ, ਇਸ ਤਰ੍ਹਾਂ ਹਕੀਕੀ ਬੇਟੇ ਹੁੰਦੇ ਨੇ। ਮੌਲਵੀ ਸਾਹਿਬ ਮਹਿਰਾਬ ਚੋਂ ਆ ਕੇ ਮੇਰੇ ਗਲੇ ਲੱਗੇ, ਤੂੰ ਕਿਉਂ ਰਬੂਆ ਛੱਡ ਕੇ? ਅੱਛਾ ਅੱਛਾ ਅੱਛਾ। ਕਦੀ ਮੇਰੇ ਇਧਰੋਂ ਚੁੰਮਣ, ਕਦੀ ਇਧਰੋਂ ਚੁੰਮਣ। ਅੱਛਾ। ਮੇਰਾ ਤਾਂ ਰਿਸ਼ਤਾ ਕੋਈ ਨਹੀਂ ਸੀ, ਲੇਕਿਨ ਉਹ ਖਲੀਫਤ ਮਸੀਹ ਸਾਨੀ ਰਜ਼ੀ ਅੱਲਾਹ ਤਾਲਾ ਦੇ ਫੌਜੀ ਸਨ। ਉਹਨਾਂ ਦੇ ਅੰਦਰ ਅਹਿਮਦੀਅਤ ਦੀ ਉਹ ਸੱਚੀ ਮੁਹੱਬਤ ਸੀ, ਉਹ ਸੱਚਾ ਪਿਆਰ ਸੀ। ਬੇਸ਼ੁਮਾਰ ਵਾਕਿਆਤ ਨੇ ਮੌਲਾਨਾ ਅਬੁਲ ਉਤਾ ਸਾਹਿਬ ਦੇ। ਅੱਛਾ। ਕੱਲ ਵੀ ਮੈਂ ਦੋਸਤਾਂ ਨੂੰ ਸੁਣਾਉਂਦਾ ਰਿਹਾ ਦੁਕਾਨ ਉੱਤੇ। ਅੱਛਾ। ਬਸ ਜੀ, ਬਜ਼ੁਰਗਾਂ ਦੀ ਯਾਦ ਆ ਜੇ ਤੇ ਇਨਸਾਨ ਦਾ ਜਿਹੜਾ ਜਜ਼ਬਾਤ ਹੈ। ਕਦੀ ਵੀ ਦਫ਼ਤਰ 'ਚ ਜਾਂਦਾ ਸਾਂ, ਬੱਚਾ ਸਾਂ, ਜਿਸ ਤਰ੍ਹਾਂ ਅੱਜ ਕੱਲ ਸਾਡੇ ਦਫ਼ਤਰਾਂ ਦੇ ਅਹੁਦੇਦਾਰ ਜਾਂ ਮਰਬੀਆਨ ਹਾਂਜੀ ਪੇਸ਼ ਆਉਂਦੇ ਨੇ, ਮੈਨੂੰ ਦੁੱਖ ਹੁੰਦਾ। ਵਕਤ ਦੇ ਨਾਲ ਜਿਹੜਾ ਇਨਸਾਨ ਨੇ। ਮੌਲਾਨਾ ਸਾਹਿਬ ਹਮੇਸ਼ਾ ਉੱਠ ਕੇ ਛੋਟੇ ਜਿਹੇ ਬੱਚੇ ਨੂੰ ਵੀ ਮਿਲਦੇ ਸਨ ਔਰ ਚਿਹਰੇ ਤੇ ਮੁਸਕਰਾਹਟ ਲਿਆ ਕੇ ਮਿਲਦੇ ਸਨ। ਠੀਕ, ਰਾਈਟ। ਟਾਈਮ ਹੁੰਦਾ ਸੀ, ਟਾਈਮ ਦਿੰਦੇ ਸਨ, ਨਹੀਂ ਸੁਣਦਾ ਕਹਿੰਦੇ ਬੇਟਾ ਫਲਾਣੇ ਟਾਈਮ ਆ ਜਾਣਾ। ਅੱਛਾ ਅੱਛਾ ਅੱਛਾ। ਮੈਨੂੰ ਹਜ਼ਰਤ ਮਸੀਹ ਮੌਊਦ ਸਲਾਮ ਦੇ ਖਾਨਦਾਨ ਦੇ ਬੇਸ਼ੁਮਾਰ ਬਜ਼ੁਰਗਾਂ ਦੀ ਖਿਦਮਤ ਕਰਨ ਦਾ ਮੌਕਾ ਮਿਲਿਆ। ਅੱਛਾ। ਹਜ਼ਰਤ ਮੀਆਂ ਮਨਸੂਰ ਅਹਿਮਦ ਸਾਹਿਬ ਦੀ ਵੀ ਮੈਂ ਹਜਾਮਤ ਕਰਦਾ ਰਿਹਾ। ਅੱਛਾ। ਲੇਕਿਨ ਮੌਜੂਦਾ ਹਜ਼ਰਤ ਸਾਹਿਬ ਦਾ ਮੈਨੂੰ ਮੌਕਾ ਨਹੀਂ ਮਿਲਿਆ। ਲੇਕਿਨ ਜਿਸ ਤਰ੍ਹਾਂ ਮੌਜੂਦਾ ਹਜ਼ਰਤ ਸਾਹਿਬ ਨਾਲ ਮੇਰੀ ਮੁਲਾਕਾਤ हुई, हज़रत साहब ने आख्या मंजूर वो दुकान किसको दे आए थे? अच्छा। मैंने कहा हजूर वो मेरा एक शिगिर्द था, उसको दे आऊँ, आपके बाद मैं आपकी दुकान पे जाता रहा हूँ। अच्छा अच्छा। हालांकि वो बच्चा छोटा जा बच्चा मेरे को शिगिर्दी के तौर पे आया सी। अच्छा अच्छा। जिसलिए सब ने आख्या, मैं कहा हजूर वो गैर अहमदी मेरे तो फिर वध हो गया, तुसी मेरे हुंदे आंदे नहीं, मन तो पता नहीं तुहां खलीफा बन जाना। अच्छा 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 अच्छा। ठीक ठीक ठीक, सही। बहरहाल जी, बाज़ यादां ऐसियां हुंदियां ने कि इंसान नूं ਜਦੋਂ याद आ मेरे तो 1 साल अगे पढ़दे सन। अच्छा। मैं 1 साल पिछे सा। वो 50 ਦੀ ਪਦਾਇਸ਼ ਨੇ, ਮੈਂ 51 ਦੀ ਪਦਾਇਸ਼। अच्छा 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 अच्छा। ठीक ठीक ठीक। ਕਿਉਂਕਿ ਸਾਡੇ ਘਰ ਦੇ ਹਾਲਾਤ ਐਸੇ ਤਰ੍ਹਾਂ ਸਨ, ਮੈਂ ਵਾਲਦ ਸਾਹਿਬ ਨਾਲ ਬਹੁਤ ਛੋਟੀ ਉਮਰ 'ਚ ਕੰਮ ਸਿੱਖਿਆ ਸੀ। ਉਹਦੇ ਨਤੀਜੇ 'ਚ ਮੈਨੂੰ ਕਾਫੀ ਸਾਰੇ ਬਜ਼ੁਰਗਾਂ ਦੀ ਖਿਦਮਤ ਦਾ ਮੌਕਾ ਮਿਲਿਆ। ਅੱਛਾ। ਤੁਸੀਂ ਆਪਣਾ ਪਾਲ ਸਾਹਿਬ ਇਹ ਜਿਹੜੀ ਗਾਰਡਨ ਦਾ ਸਾਹਿਬ ਹਾਂ
ਅੱਖੋਂ ਮੇਰੇ ਸਟਮਕ ਕੁੰਡੇ ਸਨ। ਅੱਛਾ ਮੀਆਂ ਡਾਕਟਰ ਮੁਬਸ਼ਰ ਅਹਿਮਦ ਸਾਹਿਬ, ਮੀਆਂ ਅਹਿਮਦ ਸਾਹਿਬ ਜਦੋਂ ਅਮਰੀਕਾ ਤੋਂ ਆਉਂਦੇ ਸਨ, ਮੈਨੂੰ ਅੱਛਾ। ਮੌਕਾ ਮਿਲਦਾ ਸੀ, ਮੈਂ ਜਾ ਕੇ ਉਹਨਾਂ ਦੀ ਖਿਦਮਤ ਕਰਦਾ ਅੱਛਾ ਸਾਂ। ਅੱਛਾ ਉਹਨਾਂ ਨੇ ਭਾਈ ਮਿਰਜ਼ਾ ਹਮੀਦ ਅਹਿਮਦ ਸਾਹਿਬ ਹੂੰ ਜਿਹੜੇ ਡਾਕਟਰ ਮੁਬਸ਼ਰ ਸਾਹਿਬ ਦੇ ਸੁਸਰ ਨੇ, ਉਹਨਾਂ ਦੀ ਮੈਂ ਖਿਦਮਤ ਕਰਦਾ ਰਿਹਾ। ਅੱਛਾ ਮੀਆਂ ਮਜੀਦ ਅਹਿਮਦ ਸਾਹਿਬ ਜਿਨ੍ਹਾਂ ਨੂੰ ਮੀਆਂ ਮੌਜੀ ਕਹਿੰਦੇ ਸਨ, ਉਹਨਾਂ ਦੇ ਮੈਂ ਵਾਲ ਕੱਟ। ਅੱਛਾ 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 ਮੀਆਂ ਰਫੀਕ ਦੇ ਮੈਂ ਵਾਲ ਕੱਟ। ਹੂੰ ਤੁਹਾਡੇ ਕੋਲ ਤੇ ਬੜੇ ਵਾਕਿਆਤ ਹੋਣਗੇ ਗੱਲਾਂ ਦੇ। ਬੇਸ਼ੁਮਾਰ ਬਜ਼ੁਰਗਾਂ ਦੀ ਖਿਦਮਤ ਦਾ ਮੌਕਾ ਮਿਲਿਆ। ਇੱਕ ਬਜ਼ੁਰਗ ਮੈਨੂੰ ਹੁਣ ਇਸ ਟਾਈਮ ਯਾਦ ਆ ਗਏ ਨੇ। ਹਾਂ ਮੀਆਂ ਅਹਿਮਦ ਸਾਹਿਬ ਥੇ ਹਾਂ ਬਿਲਕੁਲ। ਮਾਮੂ। ਅੱਛਾ 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 ਠੀਕ। ਮੀਆਂ ਅਬਦੁਰਰਹਿਮਾਨ ਖਾਨ ਨਿਆਜ਼ੀ, ਅੱਛਾ ਕਿਉਂਕਿ ਮੀਆਂ ਬਸ਼ੀਰ ਅਹਿਮਦ ਸਾਹਿਬ ਦੀ ਪਠਾਣਾ ਹੀ ਸ਼ਾਦੀ ਹੋਈ ਸੀ, ਠੀਕ। ਮੁਸਲਮਾਨ ਇਸਲਾਮ ਨੇ ਕੀਤੀ ਸੀ। ਅੱਛਾ 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 ਵਾਕਿਆ ਹੂੰ ਅੱਜ ਦੇ ਜ਼ਮਾਨੇ ਦੇ ਲੋਕ ਨਹੀਂ ਸਮਝ ਸਕਦੇ। ਜੀ 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 ਇੱਕ ਦਫਾ ਮੇਰੇ ਕੋ ਆਏ ਹੂੰ ਤੇ ਮੈਨੂੰ ਕਹਿਣ ਲੱਗੇ, ਮੈਂ ਕਿਹਾ ਮੀਆਂ ਸਾਹਿਬ ਅੱਜ ਤੁਸੀਂ ਵਕਤ ਤੋਂ ਪਹਿਲਾਂ ਆ ਗਏ ਹੋ, ਹੂੰ ਰੂਟੀਨ ਦੇ ਮੁਤਾਬਿਕ ਜਿਸ ਤਰ੍ਹਾਂ ਅੱਗੇ ਹਜਾਮਤ ਕਰਾਉਣ ਆਉਂਦੇ ਹੋ। ਨਹੀਂ, ਮੈਂ ਪਿਸ਼ਾਵਰ ਜਾ ਰਿਹਾ। ਅੱਛਾ ਮੈਂ ਕਿਹਾ ਮੀਆਂ ਸਾਹਿਬ ਪਿਸ਼ਾਵਰ ਦੀਆਂ ਚੱਪਲਾਂ ਬੜੀਆਂ ਅੱਛੀਆਂ ਹੁੰਦੀਆਂ ਨੇ। ਹੂੰ ਪਿਸ਼ੌਰੀ ਚੱਪਲ, ਮੈਂ ਤਾਂ ਗਰੀਬ ਆਦਮੀ ਸਾਂ, ਮੈਂ ਤਾਂ ਪਿਸ਼ੌਰੀ ਚੱਪਲ ਜਿਸ ਤਰ੍ਹਾਂ ਵੇਖਦਾ ਸਾਂ ਪਾ ਨਹੀਂ ਸਕਦਾ ਉਸ ਜ਼ਮਾਨੇ 'ਚ। ਠੀਕ ਬਿਲਕੁਲ ਸਹੀ। ਅਬਦੁਰਰਹਿਮਾਨ ਖਾਨ ਨਿਆਜ਼ੀ ਅੱਲਾਹ ਤਾਲਾ ਹਜ਼ਾਰ ਵਾਰ ਰਹਿਮਤ ਉਹਨਾਂ ਤੇ ਕਰੇ। 2 ਹਫ਼ਤੇ ਤੋਂ ਬਾਅਦ ਆਏ। ਮੀਆਂ ਬਸ਼ੀਰ ਅਹਿਮਦ ਸਾਹਿਬ ਦੇ ਘਰ ਰਹਿੰਦੇ ਹੁੰਦੇ ਸਨ। ਹੱਥ ਛਾਪਰ ਫੜਿਆ, ਮੇਰੀ ਚੱਪਲ ਉਹਦੇ ਵਿੱਚ। ਅੱਛਾ 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 ਮੇਰੀ ਦੁਕਾਨ ਤੇ ਆ ਕੇ ਮੈਂ ਜਲੇ ਫਾਰਗ ਹੋਇਆ, ਜਿਸ ਕਾਗ ਦਾ ਕੰਮ ਕਰਦਾ ਹਾਂ, ਮੈਨੂੰ ਆਖਣ ਲੱਗੇ ਇਧਰ ਆ ਮਨਜ਼ੂਰ, ਮੈਂ ਆਇਆ। ਮੈਂ ਤੇ ਆਪਣੇ ਇਸ ਕਾਬਲ ਨਹੀਂ ਸਮਝ। ਆਪਣੇ ਹੱਥਾਂ ਨਾਲ ਚੱਪਲ ਕੱਢ ਕੇ ਮੇਰੇ ਹੱਥਾਂ ਨਾਲ ਪਵਾ ਕੇ ਬਕਸੂਏ ਬੰਨਦੇ ਨੇ। ਮੈਂ ਕਿਹਾ ਮੀਆਂ ਸਾਹਿਬ ਰਹਿਣ ਦਿਓ। ਅੱਛਾ ਨਹੀਂ ਮੈਂ ਅੰਦਾਜ਼ੇ ਨਾਲ ਲੈ ਕੇ ਆਇਆ। ਮੈਂ ਅੰਦਾਜ਼ੇ ਨਾਲ ਲੈ ਕੇ। ਸਹੀ ਸਹੀ ਸਹੀ। ਤੇ ਮੈਂ ਵੇਖਣਾ ਤੈਨੂੰ ਪੂਰੀ ਵੀ। ਅੱਛਾ 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 ਪਿਆਰ ਮੁਹੱਬਤ। ਪਿਆਰੇ ਦੋਸਤੋ, ਆ ਤੁਹਾਨੂੰ ਮੁਖਲਸ ਔਰ ਮੁਹੱਬਤ ਭਰੇ ਲੋਕ ਨਹੀਂ ਮਿਲ ਸਕਦੇ। ਬਿਲਕੁਲ ਠੀਕ ਗੱਲ ਹੈ। ਜਾ ਤੁਹਾਡੀ ਆ ਦੌਲਤ ਜਿਹੜੀ ਸਾਨੂੰ ਇੱਥੇ ਆ ਕੇ ਲੱਭੀ ਏ, ਸਿਰਫ ਹਜ਼ਰਤ ਮਸੀਹ ਅਲੈਹਿਸਸਲਾਮ ਦੀ ਬਦੌਲਤ ਲੱਭੀ ਏ। ਕੋਈ ਸ਼ਖਸ ਅਗਰ ਮੇਰੀ ਦੁਕਾਨ ਤੇ ਆ ਕੇ ਮੈਨੂੰ ਕਹਿੰਦਾ ਕਿ ਮੇਰੇ ਚ ਖੂਬੀ, ਮੈਂ ਆ ਕੀਤਾ ਮੈਂ ਉਹਨੂੰ ਕਹਿੰਦਾ ਨਾ, ਤੇਰੀ ਕੋਈ ਖੂਬੀ ਨਹੀਂ। ਲੇਕਿਨ ਉਹ ਦੋਸਤ ਬਾਅਦ ਮੇਰੇ ਨਾਲ ਨਾਰਾਜ਼ ਹੋ ਜਾਂਦੇ ਨੇ। ਅੱਛਾ 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 ਅੱਛਾ। ਲੇਕਿਨ ਮੈਂ ਛੋਟਾ ਜਿਹਾ ਬੱਚਾ ਸਾਂ। ਮੈਨੂੰ ਉਹ ਵਕਤ ਯਾਦ ਹੈ, ਖਲੀਫਾ ਮਸੀਹ ਸਾਨੀ ਰਜ਼ੀ ਅੱਲਾਹ ਤਾਲਾ ਅਨਹੂ ਜੀ ਮਸਜਿਦ ਮੁਬਾਰਕ ਜੁਮਾ ਹੁੰਦਾ ਸੀ। ਅਸੀਂ ਬੱਚੇ ਸਾਂ, ਛੋਟੀ ਜਲਦੀ ਸੁਨਤਾਂ ਪੜ੍ਹ ਲੈਣੀਆਂ। ਇੱਕ ਲਾਈਨ ਮੀਆਂ ਨਾਸਰ ਅਹਿਮਦ ਸਾਹਿਬ ਦੇ ਪਿੱਛੇ ਮੁਸਾਫੇ ਦੀ ਲੱਗ ਜਾਂਦੀ ਸੀ। ਅੱਛਾ। ਇੱਕ ਲਾਈਨ ਮੀਆਂ ਰਫੀ ਅਹਿਮਦ ਸਾਹਿਬ ਦੇ ਪਿੱਛੇ ਲੱਗ ਜਾਂਦੀ ਸੀ। ਅੱਛਾ। ਅਸਾਂ ਕੋਸ਼ਿਸ਼ ਕਰਨੀ ਦੋਨਾਂ ਨਾਲ ਮੁਸਾਫਾ ਕਰ ਲਈਏ। ਠੀਕ। ਔਰ ਸ਼ਾਮ ਤੱਕ ਲੋਕ ਨਹੀਂ ਸਮਝ ਸਕਦੇ ਇਸ ਗੱਲ ਨੂੰ। ਅੱਜ ਦੇ ਵਕਤ ਦੇ ਬੱਚੇ ਜਿਹੜੇ ਨੇ ਜੀ ਜੀ ਸ਼ਾਮ ਤੱਕ ਹੱਥ ਨਹੀਂ ਧੋਣੇ। ਅੱਛਾ। ਅੱਜ ਮੀਆਂ ਸਾਹਿਬ ਨੇ ਹੱਥ ਮਿਲਾ ਕੇ ਆਏ ਆ। ਅੱਛਾ। ਸਾਨੂੰ ਪਤਾ ਨਹੀਂ ਮੀਆਂ ਨਾਸਰ ਨੇ ਖਲੀਫਾ ਬਣ ਜਾਣਾ। ਸਿਰਫ ਮੁਸਲਮਾਨ ਇਸਲਾਮ ਦੀ ਔਲਾਦ ਹੈ। ਬਿਲਕੁਲ ਸਹੀ ਬਾਤ। ਦੋਸਤੋ, ਮੁਸਲਮਾਨ ਇਸਲਾਮ ਦੇ ਮੇਰੇ ਕੋਲ ਬੇਸ਼ੁਮਾਰ ਸਾਹਬਾ ਦੇ ਵਾਕਿਆਤ ਨੇ ਜਿਹੜੇ ਛੋਟੇ ਬੱਚੇ ਮੀਆਂ ਸਮਦ ਦਾ ਹੱਥ ਫੜ ਕੇ ਰੋਂਦੇ ਰਹਿੰਦੇ ਸਨ, ਕਹਿੰਦੇ ਮੁਸਲਮਾਨ ਇਸਲਾਮ ਦਾ ਖੂਨ ਹੈ। ਮੇਰੇ ਕੋਲ ਐਸੇ ਵਾਕਿਆਤ ਨੇ ਕਿਉਂਕਿ ਛੋਟੀ ਉਮਰ ਦੇ ਵਿੱਚ ਬੇਸ਼ੁਮਾਰ ਸਾਹਬਾ ਦੀ ਖਿਦਮਤ ਕਰਨ ਦਾ ਵੀ ਮੌਕਾ ਮਿਲਿਆ। ਅੱਛਾ। ਮੈਂ ਕੋਈ ਚੀਜ਼ ਨਹੀਂ, ਮੈਂ ਬੇਸ਼ੁਮਾਰ ਸਾਹਬਾ ਦੇ ਪੈਰਾਂ ਦੇ ਨਾਖਨ ਵੀ ਕੱਟੇ ਨੇ। ਅੱਛਾ ਅੱਛਾ। ਮਾਸ਼ਾਅੱਲਾ। ਖੁਦਾ ਜਾਣਦਾ ਉਹ ਮੈਨੂੰ ਕਿਹੜੀ ਮੁਹੱਬਤ ਨਾਲ ਦੁਆ ਦੇਤੀ। ਅੱਜ ਮੇਰੇ ਬੱਚੇ ਮਾਸ਼ਾਅੱਲਾ ਇੱਕ ਮਿਸਾਲ ਨੇ ਜਰਮਨੀ ਦੇ ਵਿੱਚ। ਲੋਕ ਆ ਕੇ ਪੁੱਛਦੇ ਨੇ। ਸਹੀ ਹੈ। ਲੇਕਿਨ ਮੇਰੇ ਤੇ ਖੁਦਾ ਦਾ ਫਜ਼ਲ ਹੋਇਆ, ਉਹ ਹਜ਼ਰਤ ਮਸੀਹ ਸਲਾਤੁ-ਵ-ਸਲਾਮ ਦੇ ਖਾਨਦਾਨ ਦੀ ਮੁਹੱਬਤ ਕਰਦੇ ਆ, ਉਹਨਾਂ ਦੀ ਖਿਦਮਤ ਕਰਨ ਦੇ ਨਤੀਜੇ 'ਚ। ਬਿਲਕੁਲ ਠੀਕ। ਸਾਹਬਾ ਕਰਾਮ ਦੀ ਖਿਦਮਤ ਕਰਨ ਦੇ ਨਤੀਜੇ 'ਚ। ਬਿਲਕੁਲ ਠੀਕ। ਉਹ ਮੇਰੇ ਬਾਪ ਦਾ ਕਿ ਹਜ਼ਰਤ ਖਲੀਫਾ ਮਸੀਹ ਸਾਨੀ ਨਾਲ ਵਾਅਦਾ ਅਸਾਂ ਕੀਤਾ, ਸ਼ਹਿਰ ਅਸਾਂ ਆਬਾਦ ਕਰਨਾ। ਬਿਲਕੁਲ ਠੀਕ ਗੱਲ ਹੈ। ਰੋਟੀ ਲੱਭਦੀ। ਬਿਲਕੁਲ ਸਹੀ। ਸਾਨੂੰ ਦੁਨੀਆ ਦੀ ਕੋਈ ਚੀਜ਼ ਨਹੀਂ ਚਾਹੀਦੀ। ਅੱਜ ਲੋਕ ਸੋਚ ਨਹੀਂ ਸਕਦੇ। ਬਿਲਕੁਲ ਸਹੀ ਹੈ। ਮੈਂ ਕਹਿੰਦਾ ਸਾਬਾ ਜੀ, ਸਾਡੇ ਚਾਚੇ ਤਾਇਆਂ ਦੇ ਪੁੱਤਰ ਕਰਾਚੀ ਉਧਰ ਲੇਕਿਨ ਉਹ ਕਹਿੰਦੇ ਨਹੀਂ, ਅਸਾਂ ਵਾਅਦਾ ਕੀਤਾ ਖਲੀਫਾ ਮਸੀਹ ਸਾਨੀ ਨਾਲ। ਸਾਰੇ ਦਿਨ ਕੰਮ ਕਰਨਾ,
ਕੋਈ ਫੈਕਟਰੀ ਨਹੀਂ ਸੀ, ਕੋਈ ਕਾਰੋਬਾਰ ਨਹੀਂ ਸੀ ਰਬੂਏ 'ਚ। ਹੂੰ ਸ਼ਾਮ ਨੂੰ ਕਾਪੀ ਲੈ ਕੇ ਬਹਿ ਜਾਣਾ, ਜਿਹੜੇ ਦਫ਼ਤਰਾਂ ਦੇ ਮੁਲਾਜ਼ਮ ਸਨ ਸਦਰ ਅੰਜੁਮ ਦੇ ਤਰੀਕੇ ਜਿੱਦ ਫਲਾਣਾ ਵਾਲ ਕਟਾ ਗਿਆ 4 ਆਨੇ, ਅੱਛਾ ਫਲਾਣੇ ਦਾ ਬੱਚਾ ਕਟਾ ਗਿਆ 2 ਆਨੇ, ਅੱਛਾ 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 ਮਹੀਨੇ ਬਾਅਦ ਤਨਖਾਹ ਮਿਲਣੀ, ਹਾਂ 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 ਸਹੀ ਉਹਨਾਂ ਲੈ ਕੇ ਆ ਜਾਣਾ। ਹੂੰ ਕਿਸੇ ਦਾ 2 ਰੁਪਏ, ਕਿਸੇ ਦਾ 3 ਰੁਪਏ। ਅੱਛਾ ਦੋਸਤੋ ਤੁਸੀਂ ਸਮਝ ਨਹੀਂ ਸਕਦੇ 2 ਰੁਪਏ 3 ਜੀ। ਰੁਪਏ ਦੀ ਕੀ ਕਦਰ ਸੀ ਉਸ ਵੇਲੇ। ਬਿਲਕੁਲ ਠੀਕ ਗੱਲ, ਬਿਲਕੁਲ ਬਜਾਏ, ਬਿਲਕੁਲ ਤੁਹਾਡੀ ਗੱਲ ਬਜਾਏ। 2-3 ਰੁਪਏ ਦੀ ਕਦਰ ਤੁਸੀਂ ਹੁਣ ਸਮਝ ਨਹੀਂ ਸਕਦੇ। ਹੂੰ ਐਗਜ਼ੈਕਟਲੀ ਮੈਨੂੰ ਪਤਾ ਹੈ, ਮੈਂ ਪਹਿਲੇ ਦਿਨ 5 ਰੁਪਏ ਦਾ ਕੰਮ ਕੀਤਾ ਸੀ ਹੂੰ ਤੇ ਮੇਰੀ ਵਾਲਦਾ ਰਾਤ ਉੱਠ ਕੇ ਮੈਨੂੰ ਦੁੱਧ ਪਿਆਉਂਦੀ ਸੀ। ਅੱਛਾ 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 5 ਰੁਪਏ ਦਾ ਕੰਮ ਕੀਤਾ ਸੀ। ਹੂੰ ਬਸ ਜੀ ਇਹ ਗੱਲ ਇਹ ਵੇ ਕਿ ਇਸ ਵਾਸਤੇ ਜਿਹੜੇ ਮਤ ਭੁੱਲ, ਆਪਣੇ ਆਪ ਚ ਤਕੱਬਰ ਚ ਆਓ। ਅਸੀਂ ਸਭ ਕੁਝ ਹਾਂ, ਸਾਨੂੰ ਸਭ ਕੁਝ ਮਸੀਹ ਸਲਾਤੋ ਸਲਾਮ ਦੀ ਬਦੌਲਤ ਮਿਲਿਆ। ਬਿਲਕੁਲ ਬੇਸ਼ੁਮਾਰ ਗੈਰ ਅਹਿਮਦੀਆਂ ਨੂੰ ਵੇਖਿਆ ਅਸਾਂ ਜਿਸ ਤਰ੍ਹਾਂ ਰੋਲਦੇ। ਬਜਾ ਬਿਲਕੁਲ ਸਹੀ ਔਰ ਮੈਂ ਖਾਕਸਾਰ ਜਿਨ੍ਹਾਂ ਨੇ ਹਜ਼ਰਤ ਮਸੀਹ ਸਲਾਮ ਦੇ ਖਾਨਦਾਨ ਦੀ ਖਿਦਮਤ ਕੀਤੀ ਹੈ, ਹਾਂਜੀ ਮੈਨੂੰ ਕਿਸੇ ਚੀਜ਼ ਦੀ ਜ਼ਰੂਰਤ ਨਹੀਂ। ਮੇਰੇ ਬੱਚੇ ਖੁਦਾ ਨੇ ਬੜੇ ਅਰੂਜ ਤੇ ਪਹੁੰਚਾਤੇ ਨੇ। ਮੈਂ ਸੋਚ ਨਹੀਂ ਸਕਦਾ ਮੇਰਾ ਬੱਚਾ ਇੱਕ ਇਲੈਕਟ੍ਰਿਕ ਇੰਜੀਨੀਅਰਿੰਗ ਮਾਸਟਰ ਕੀਤਾ, ਠੀਕ, ਇੱਕ ਨੇ ਇਸਲਾਮੀਆ ਚ ਮਾਸਟਰ ਕੀਤਾ ਗੋਟੇ ਯੂਨੀਵਰਸਿਟੀ ਚੋਂ, ਅੱਛਾ ਇੱਕ ਨੇ ਵਿਕ ਫਰਮ ਹੈ ਗਰੋਸਕਰੋ ਚ, ਉਹਦੇ ਚ ਮੁਲਾਜ਼ਮਤ ਕਰਦਾ, ਉਹਨੂੰ 20 ਸਾਲ ਮੁਲਾਜ਼ਮਤ ਕਰਦੇ। ਮੇਰੇ ਆਪਣੇ 2 ਹਾਊਸ ਨੇ, ਮੇਰੇ ਬੱਚਿਆਂ ਦੇ ਨਾਮ ਮੈਂ ਸਮਝਣਾ ਮੇਰੇ ਨੇ। ਮਾਸ਼ਾਅੱਲਾ ਮਾਸ਼ਾਅੱਲਾ। मतलब अल्लाह ताला ने इनाम, अल्लाह ने इनामां नाल नवाज़दा है। सोच नहीं सकते दोस्तों, बिल्कुल बजा ਉਹ ਹਜ਼ਰਤ ਮਸੀਹ ਮੌਊਦ ਸਲਾਮ ਦੇ ਸਹਾਬਾ ਦੇ ਨੌਂ ਕੱਟਣ ਦਾ ਮੈਨੂੰ ਮੁੱਲ ਪੈ ਗਿਆ। ਬਿਲਕੁਲ ਸਹੀ ਬਾਤ, ਬਿਲਕੁਲ ਇਹ ਸਮਝਣ ਦੀ ਗੱਲਾਂ ਨੇ, ਇਹ ਸਮਝਣ ਦੀਆਂ ਵੀ ਗੱਲਾਂ ਨੇ ਨਾ। ਇਹ ਇਨਸਾਨ ਜਿਹੜਾ ਕਦਰ ਕਰੇ ਕੱਟਦਿਆਂ ਦੇ ਇੱਕ ਹਜ਼ਰਤ ਮਸੀਹ ਮੌਊਦ ਦੇ ਸਹਾਬਾ ਹੁੰਦੇ ਸਨ, ਬਾਬਾ ਬੂਟਾ। ਹਾਂ ਠੀਕ, ਅੱਲਾਹ ਭਲੇ ਰਹਿੰਦੇ ਹੁੰਦੇ ਹਨ ਦਾਰੂ ਯਮਨ ਦੇ ਵਿੱਚ। ਉਸ ਜ਼ਮਾਨੇ 'ਚ ਬਲੱਡ ਪ੍ਰੈਸ਼ਰ ਦਾ ਲੋਕਾਂ ਨੂੰ ਇਸ ਤੱਕ ਤਹਿਕੀਕ ਨਹੀਂ ਸੀ। ਸਹੀ ਹੈ, ਬਿਲਕੁਲ। ਮੇਰੇ ਪਹਿਲਾਂ ਵਾਲਦ ਸਾਹਿਬ ਕਰਦੇ ਹੁੰਦੇ ਸਨ, ਉਹਨਾਂ ਦਰਜ਼ੀ ਦੀ ਦੁਕਾਨ ਤੇ ਜਾਣਾ ਹੀ ਨਹੀਂ ਸਨ, ਲੀਰਾਂ ਇਕੱਠੀਆਂ ਕਰਕੇ ਜੇਬ 'ਚ ਪਾ ਕੇ ਆਈਆਂ ਹੋਈਆਂ ਬਾਬਾ ਜੀ ਨੇ। ਅੱਛਾ 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 ਅੱਛਾ। ਮੇਰੇ ਵਾਲਦ ਸਾਹਿਬ ਨੇ ਇੱਥੇ ਉਸ ਤਰ੍ਹਾਂ ਨਾਲ ਨੂੰ ਪੱਛ ਲਾਣੇ। ਅੱਛਾ, ਉਹ ਤੋਂ ਖੂਨ ਨਿਕਲਣਾ, ਲੀਰਾਂ ਨਾਲ ਪੂੰਜੀ ਜਾਣਾ। ਅੱਛਾ, ਇੱਧਰ ਲਾਣੇ, ਅੱਛਾ, ਪੂੰਜੀ ਜਾਣਾ। ਅੱਛਾ, ਇਹਨਾਂ ਲੱਤਾਂ ਦੀਆਂ ਪਿੰਨੀਆਂ ਤੇ ਪੱਛ ਲਾਣੇ, ਉਹ ਤੋਂ ਖੂਨ ਪੂੰਜੀ ਜਾਣਾ। ਅੱਛਾ, ਉਹਨਾਂ ਦੇ 2-3 ਹਫ਼ਤੇ ਬਲੱਡ ਪ੍ਰੈਸ਼ਰ ਲੋ ਹੋ ਜਾਂਦਾ ਸੀ। ਅੱਛਾ, ਉਹਨਾਂ ਫੇਰ ਆਣਾ ਵਾਲਦ ਸਾਹਿਬ ਤੋਂ ਬਾਅਦ ਮੈਂ ਹੁਣ ਉਹ ਖਿਦਮਤ ਕਰਦਾ ਰਿਹਾ ਉਹਨਾਂ ਬਜ਼ੁਰਗਾਂ ਦੀ। ਅੱਛਾ, ਉਹਨਾਂ ਲੀਲਾਂ ਲੈ ਕੇ ਆਣਾ, ਮੈਂ ਇੱਥੇ ਪੱਛ ਲਾਣੇ, ਅੱਛਾ, ਖੂਨ ਨਿਕਲਣਾ। ਅੱਜ ਲੋਕੀ ਉਹ ਸਮਝ ਨਹੀਂ ਸਕਦੇ ਉਹ ਪੱਛ ਕੀ ਹੁੰਦੇ ਨੇ, ਉਸ ਤਰ੍ਹਾਂ ਦੀ ਨੋਕ ਤੇ ਬਿਲਕੁਲ ਸਹੀ, ਬਿਲਕੁਲ ਠੀਕ। ਉਹ ਖੂਨ ਨਿਕਲਣਾ, ਲੀਰ ਨਾਲ ਪੁੰਜੀ ਜਾਣਾ। ਸਹੀ। ਜਿਸ ਤੋਂ ਉਹਨਾਂ ਦੇ ਦਰਦ ਸਿਰ ਦੀ ਖਤਮ ਹੋ ਜਾਣੀ। ਸਾਨੀ ਉਸ ਬਜ਼ੁਰਗ ਨੇ ਮੈਨੂੰ ਕਿੰਨੀਆਂ ਕਿ ਦੁਆਵਾਂ, ਬਿਲਕੁਲ ਸਹੀ, ਬਿਲਕੁਲ। ਉਹ ਦੁਆਵਾਂ ਜਿਹੜੀਆਂ ਨੇ ਉਸ ਬਜ਼ੁਰਗ ਨੇ ਮੈਨੂੰ ਕਿੰਨੀਆਂ ਕਿ ਦੁਆਵਾਂ ਦਿੱਤੀਆਂ, ਉਹ ਤੁਹਾਡੇ ਵਿੱਚ ਨਹੀਂ ਬਲਕਿ ਤੁਹਾਡੀ ਔਲਾਦ ਤੱਕ ਵੀ ਪਹੁੰਚ ਰਹੀਆਂ ਨੇ। ਹੈਂ, ਦੇਖੋ ਨਾ, ਔਲਾਦ ਮੇਰੀ ਨੇ ਮੈਨੂੰ ਦੁੱਖ ਕੋਈ ਨਹੀਂ ਦਿੱਤਾ ਤੇ ਮੇਰੇ ਤੇ ਪਹੁੰਚ ਗਈਆਂ ਨਾ, ਮੇਰੇ ਤੇ ਪਹੁੰਚੀਆਂ ਨਾ। ਬਿਲਕੁਲ ਠੀਕ ਗੱਲ ਹੈ। ਜੇ ਮੈਂ ਔਲਾਦ ਨੂੰ ਦੁਖੀ ਹੁੰਦਾ ਹਾਂਜੀ ਤੇ ਫੇਰ ਸੀ ਨਾ। ਬਿਲਕੁਲ ਨਹੀਂ, ਮੈਂ ਕਿਹਾ ਤੋ ਉਹਦਾ ਫਲ ਔਲਾਦ ਵੀ ਖਾ ਰਹੀ ਹੈ। ਔਲਾਦ ਨੇ ਜਿਹੜੀ ਤਰੱਕੀ ਕਰ ਲਈ, ਬਜ਼ੁਰਗਾਂ ਦੀ ਖਿਦਮਤ ਕੀਤੀ ਹੈ ਤੇ ਬਜ਼ੁਰਗਾਂ ਨੇ ਅੱਲਾ ਜਾਣੇ ਜਿਹੜੀ ਦਿਲ ਦੀ ਗਹਿਰਾਈ ਚ ਮੇਰੇ ਵਾਸਤੇ ਦੁਆਵਾਂ ਕੀਤੀਆਂ। ਬਿਲਕੁਲ ਜਿਹੜੀਆਂ ਮੈਂ ਦਵਾਈਆਂ ਪੂਰੀਆਂ ਹੋਈਆਂ, ਉਹ ਮਨਜ਼ੂਰ ਅਹਿਮਦ ਪਾਲ, ਮੈਂ ਉੱਥੇ ਵੀ ਇਸ ਤਰ੍ਹਾਂ ਨਹੀਂ ਸੀ। ਮੇਰੇ ਅੱਛੇ ਖਾਂਦੇ ਪੀਂਦੇ ਗਾਹਕ ਸਨ, ਆਮ ਗਾਹਕ ਮੇਰੇ ਕੋਲ ਕੋਈ ਨਹੀਂ ਸਨ। ਲੇਕਿਨ ਇਸ ਮੁਲਕ ਚ ਆ ਕੇ ਮੇਰੇ ਤੇ ਉਹ ਫਜ਼ਲ ਕੀਤੇ ਜਿਹੜੇ ਲੋਕ ਮੈਨੂੰ ਜਾਣਦੇ ਨੇ ਦੁਨੀਆ ਚ, ਜਿੱਥੇ ਜਿੱਥੇ ਵੀ ਗਏ ਨੇ। ਮੈਂ 26-27 ਸਾਲ ਰਬੂਆ ਚ ਕੰਮ ਕੀਤਾ। ਆਪਣੀ ਦੁਕਾਨ ਮੇਰੀ ਸਨ 70 ਤੋਂ ਮੈਂ ਦੁਕਾਨ ਬਣਾਈ ਸੀ ਕਰਾਚੀ ਤੋਂ ਆ ਕੇ। 92 ਚ ਮੈਂ ਇੱਥੇ ਆਇਆ। ਬੇਸ਼ੁਮਾਰ ਲੋਕਾਂ ਨੂੰ ਮੈਂ ਆਪ ਤਿਆਰ ਕਰਕੇ ਭੇਜਿਆ, ਕੈਨੇਡਾ, ਜਰਮਨੀ, ਇੱਧਰ ਉੱਧਰ ਬੇਸ਼ੁਮਾਰ ਲੋਕੀ ਮੇਰੇ ਕੋਲ ਰਾਤੀ ਆਉਂਦੇ ਰਹੇ ਨੇ ਕਿ ਅਸੀਂ ਸਵੇਰੇ ਜਰਮਨੀ ਜਾ ਰਹੇ ਹਾਂ, ਸਾਡੀ ਕਟਿੰਗ ਕਰਦੇ, ਕੈਨੇਡਾ ਜਾ ਰਹੇ ਹਾਂ, ਉੱਧਰ ਜਾ ਰਹੇ ਹਾਂ। ਮੈਂ ਉਹਨਾਂ ਨੂੰ ਤਿਆਰ ਕਰਕੇ ਭੇਜਿਆ। ਉਹ ਲੋਕਾਂ ਨੂੰ ਬਹੁਤ ਅੱਲਾਹ ਤਾਲਾ ਨੇ ਰੰਗ ਲਾਏ ਨੇ। ਤੁਸੀਂ ਖਲੀਫਤੁਲ ਮਸੀਹ ਰਾਬੇ ਦਾ ਇੱਕ ਵਾਰੀ ਸੁਣਾ ਰਹੇ ਸੀ ਵਾਕਿਆ, ਉਹਨਾਂ ਨੇ ਪੁੱਛਿਆ ਤੁਹਾਨੂੰ ਇਹ ਦੁਕਾਨ ਦੇ ਮੁਤਲਕ ਕਿਤਾਬ, ਉਹ ਵੀ ਜ਼ਿਕਰ ਕਰ। ਰਾਬੇ ਨਾਲ ਜਿਸਲੇ ਪਹਿਲੀ ਮੁਲਾਕਾਤ ਕੀਤੀ ਤਾਂ ਹਜ਼ੂਰ ਕੋ ਮੈਂ ਹਾਜ਼ਰ ਹੋਇਆ, ਜਿਸਲੇ ਇੱਥੇ ਗਰੋਸਕਰੋ ਹੀ ਮੁਲਾਕਾਤ ਸੀ ਜਾਂ ਮਸਜਿਦ ਨੂਰ ਦੇ? ਮਸਜਿਦ ਨੂਰ, ਅੱਛਾ ਠੀਕ। ਹਜ਼ੂਰ ਨੇ फरमाया क्या करते हो? मैं हजूर में अपना ही काम करता हूँ। अच्छा अच्छा। हजूर ने कहा बहुत अच्छा किया। अक्सर लोग अपना फन आकर छोड़ गए हैं। अच्छा। मैं वो हजूर दी दुआ लगी, अज 20 साल मेरी ग्रोसरी दुकान हो गई है। मैं ओदे तो नेशनलिटी लईयां, ओदे च बेशुमार मसाइल हल कीते। मेरा इन्ना अल्लाह ताला ने इज्जत दित्ती, मैं किसी के हथ नहीं फैलाया, किसी को कोई नहीं, किसी अदारे दे को जाके मैं अपने सिर ते सारा कुछ, माशाअल्लाह, सारे बच्चों नू नेशनलिटियां लैके दित्तियां, आप नेशनलिटी लई, सब कुछ खुदा ने फजल कीते।
सर वो गरीबा वक्त के मुंह च गल निकली, आपने बहुत हंस के अपना फन नहीं छोड़ा। ਮਾਸ਼ਾਅੱਲਾ ਜ਼ਬਰਦਸਤ। ਔਰ ਇਹ ਜਿਹੜਾ ਗਾਰਡਨ ਅਸੀਂ ਦੇਖ ਰਹੇ ਹਾਂ ਇਸ ਟਾਈਮ ਸਾਰਾ ਤੁਹਾਨੂੰ ਦੇ ਪੂਰਾ ਇਹ ਦੱਸ ਰਹੇ ਨੇ ਪਾਲ ਸਾਹਿਬ ਕਿ 26 ਸਾਲ ਪਹਿਲੇ ਇਹਨਾਂ ਨੇ ਇਹ ਵਾਲਾ ਹਿੱਸਾ ਲਿਆ ਔਰ ਉਹਦੇ ਬਾਅਦ ਫਿਰ ਬਾਅਦ ਦੋਸਤਾਂ ਦੇ ਇਸਰਾਰ ਤੇ ਨਾਲ ਇਹ ਕੁਝ ਫਿਰ ਅੱਗੂ ਵਧਾਇਆ। ਔਰ ਇਹ ਜਿਹੜੀ ਇਹਨਾਂ ਦੀ ਸਿਹਤ ਹੈ ਉਹ ਵੀ ਜ਼ਿਕਰ ਕਰ ਰਹੇ ਨੇ ਕਿ ਮੈਨੂੰ ਇਹਦਾ ਇੰਨਾ ਸ਼ੌਕ ਹੈ ਕਿ ਮੈਂ ਆਪਣੀ ਜਿਹੜੀ ਸਿਹਤ ਨੂੰ ਮੇਨਟੇਨ ਰੱਖਣ ਵਾਸਤੇ ਇੱਥੇ ਆ ਕੇ ਤੇ ਮੈਂ ਗਾਰਡਨਿੰਗ ਆ ਤੁਸੀਂ ਦੇਖਿਆ ਇਹ ਸਾਰਾ ਰਸਤਾ ਇਹਨਾਂ ਨੇ ਆਪਣਾ ਸ਼ੌਕ ਪੂਰਾ ਕਰਦੇ ਨੇ। ਇਹ ਦੇਖ ਰਹੇ ਉਹ ਗਾਰਡਨ ਦੀਆਂ ਘਰ 'ਚ ਜ਼ਰੂਰਤ ਨਹੀਂ ਹੁੰਦੀ, ਦੋਸਤਾਂ 'ਚ ਤਕਸੀਮ ਕਰ ਦੇਣਾ। ਸਿਰਫ ਮੈਂ ਕਹਿੰਦਾ ਕਿ ਮੈਂ ਆਪਣੀ ਸਿਹਤ ਵਾਸਤੇ ਰੱਖਿਆ। ਬਿਲਕੁਲ ਸਹੀ। ਮਸਰੂਫੀਅਤ ਮੈਂ ਬੇਸ਼ੁਮਾਰ ਕੱਦੂ ਲੋਕਾਂ ਨੂੰ ਦੇ ਦਿੰਦਾ, ਬੇਸ਼ੁਮਾਰ ਮੇਥੀ ਬੀਜ ਦਿੰਦਾ ਸਾਂ, ਉਹ ਦੇ ਦਿੰਦਾ ਸਾਂ, ਹੋਰ ਚੀਜ਼ਾਂ ਜਿਹੜੀਆਂ ਹੁੰਦੀਆਂ ਸਨ ਘਰ 'ਚ ਇਹਦਾ ਨਾ ਕਿ ਇੰਨੀ ਜ਼ਰੂਰਤ ਨਹੀਂ ਹੁੰਦੀ। ਲੇਕਿਨ ਦੋਸਤੋ ਮੈਂ ਸਿਰਫ ਆਪਣੀ ਸਿਹਤ ਵਾਸਤੇ ਰੱਖਿਆ। ਮੇਰੀ ਅੱਜ 72 ਸਾਲ ਉਮਰ ਹੋ ਗਈ ਹੈ। ਬਿਲਕੁਲ। ਤੇ ਲੋਕ ਮੇਰੀ ਨਹੀਂ ਮੰਨਦੇ ਉਮਰ। ਅੱਛਾ ਦੇਖ ਅੱਜ ਕੇ ਵੀ ਇੱਕ ਦੋਸਤ ਕਰ ਰਿਹਾ ਸੀ ਤੁਸੀਂ ਲੱਗਦੇ ਨਹੀਂ 72 ਲੱਗਦੇ ਨਹੀਂ। ਸਹੀ ਬਿਲਕੁਲ ਠੀਕ ਗੱਲ ਹੈ। ਲੇਕਿਨ ਇਹ ਜਿਹੜਾ ਨਾ ਬਰਕਤ ਜੇ ਹਰਕਤ 'ਚ ਬਰਕਤ ਬਿਲਕੁਲ ਸਹੀ ਗੱਲ ਹੈ। ਘਰਾਂ 'ਚ ਬਹਿ ਕੇ ਸਾਰਾ ਦਿਨ ਟੀਵੀ ਦੇਖਦੇ ਰਹਿਣਾ, ਰੋਟੀ ਖਾਈ ਜਾਣੀ, ਪੇਟ ਵਧਾਈ ਜਾਣੇ, ਸਿਆਸਤ ਸੁਣਦੀ ਜਾਣੀ ਟੀਵੀ ਤੋਂ। ਇਹ ਗਾਰਡਨ ਤੁਸੀਂ ਦੇਖਿਆ ਇਹ ਅੱਗੇ 2 ਮਹੀਨੇ ਬਾਅਦ ਹੋਰ ਰੌਣਕ ਹੋ ਜਾਏਗੀ। ਔਰ ਦੱਸਣ ਦੇ ਨੇ 26 ਸਾਲ ਹੋ ਗਏ ਨੇ ਇੱਥੇ ਆ ਕੇ ਤੇ ਆਪਣਾ ਇਹ ਨਾਲ ਹੱਥ ਇਹ ਦੇਖੋ ਤੁਸੀਂ ਇਹ ਹੀ ਇਹਨਾਂ ਦੀ ਸਿਹਤ ਦਾ ਰਾਜ਼ ਹੈ। ਔਰ ਇਹ ਵੇ ਕਿ ਨੇਚਰਲ ਚੀਜ਼ਾਂ ਸਬਜ਼ੀਆਂ ਜਿਹੜੀਆਂ ਦੇਸੀ ਸਬਜ਼ੀਆਂ ਪਾਕਿਸਤਾਨੀ ਖੁਸ਼ਬੂਆਂ ਉਹ ਘਰ ਦੀਆਂ ਪੈਦਾ ਕੀਤੀਆਂ ਖਾਓ ਤੇ ਸਿਹਤ ਬਣਾ। ਮੈਨੂੰ ਦੁਨੀਆ ਦੇ ਵਿੱਚ ਜਾਣਦੇ ਨੇ, ਕੈਨੇਡਾ, ਅਮਰੀਕਾ, ਪਤਾ ਨਹੀਂ ਕਿੱਥੇ ਕਿਤੇ, ਆਸਟ੍ਰੇਲੀਆ, ਇੰਗਲੈਂਡ। ਹਾਂਜੀ ਮਨਜ਼ੂਰ ਅਹਿਮਦ ਪਾਲ ਮੇਰਾ ਨਾਂ ਹੈ, ਐਮਏ ਪਾਲ ਹੇਅਰ ਡਰੈਸਰ ਹੈ, ਮੇਰੀ ਦੁਕਾਨ ਸੀ। ਮੇਰੇ ਉਹਨਾਂ ਦੋਸਤਾਂ ਨੇ ਇਹੋ ਦਰਖਾਸਤ ਵੇ ਜੀ ਕਿ ਸਪੋਰਟ ਬੜੀ ਚੰਗੀ ਚੀਜ਼ ਹੈ। ਘਰ 'ਚ ਬਹਿ ਰਹਿਣਾ ਆ ਨਿਰੀ ਬਿਮਾਰੀਆਂ ਜੇ। ਬਿਲਕੁਲ ਠੀਕ ਹੈ। ਮੈਨੂੰ ਅਜੇ ਤੱਕ ਕੋਈ ਸ਼ੂਗਰ ਨਹੀਂ ਜੇ, ਕੋਈ ਬਲੱਡ ਪ੍ਰੈਸ਼ਰ ਨਹੀਂ ਜੇ, ਕੋਈ ਕੁਝ ਨਹੀਂ ਜੇ। ਅੱਲਾਹ ਤਾਲਾ ਦੇ ਫਜ਼ਲ ਕਰਮ ਦੇ ਨਾਲ ਮੈਂ ਕੋਈ ਦਵਾਈ ਨਹੀਂ ਜੇ ਖਾਂਦਾ, ਸਿਰਫ ਦਰਦ ਦੁਰਦ ਦੀ ਕਿਸਮ ਖਾ ਲਵਾਂ। ਮਾਸ਼ਾਅੱਲਾ ਜੀ। ਇਸ ਵਾਸਤੇ ਮੇਰੇ ਜਿੰਨੇ ਵੀ ਤਲਕ ਵਾਲੇ ਦੋਸਤ ਨੇ ਉਹਨਾਂ ਨੇ ਇਹੋ ਦਰਖਾਸਤ ਵੇ ਹਰਕਤ 'ਚ ਰਹੋ। ਬਿਲਕੁਲ ਠੀਕ। ਹਰਕਤ 'ਚ ਬਰਕਤ ਜੇ। ਬਿਲਕੁਲ ਸਹੀ। ਇਸ ਵਾਸਤੇ ਮੈਂ 26 ਸਾਲ ਤੋਂ ਗਾਰਡਨ ਰੱਖਿਆ ਦਾ। ਆ ਚੀਜ਼ਾਂ ਜਿੰਨੀਆਂ ਮੈਂ ਇੱਥੇ ਬੀਜਣਾ ਮੈਂ ਕਦੀ ਘਰ ਜ਼ਰੂਰਤ ਨਹੀਂ ਇਹਨਾਂ ਦੀ ਪਈ, ਦੋਸਤਾਂ ਨੂੰ ਦੇ ਦੇਣਾ। ਔਰ ਦੂਸਰਾ ਖਿਲਾਫਤ ਦੀ ਛਤਰੀ ਦੇ ਥੱਲੇ, ਕਿਉਂਕਿ ਜਿਹੜੇ ਖਲੀਫਾ ਵਕਤ ਮੌਜੂਦਾ ਇਹਨਾਂ ਦਾ ਵੀ ਇਹ ਸ਼ੌਕ ਗਾਰਡਨਿੰਗ ਔਰ ਇਹਨਾਂ ਦੇ ਤੇ ਫਿਰ ਤੁਹਾਨੂੰ ਪਤਾ ਹੀ ਕਰਦਾ ਖਲੀਫਾ ਵਕਤ ਦੀਆਂ ਗੱਲਾਂ ਜਿਸਲੇ ਕਰਨ ਲੱਗਨੇ ਆ, ਕਿਉਂਕਿ ਅਸਾਂ ਤੇ ਰੱਬੂ ਵਿੱਚ ਮੇਰੀ ਪਦਾਇਸ਼ ਰੱਬੂ ਦੀ ਹੈ। ਠੀਕ। ਮੇਰੇ ਵਾਲਦ ਸਾਹਿਬ ਫਰਕਾਨ ਹੁਸਨ ਸਨ 1948 ਚ ਰੱਬੂ ਆ ਗਏ ਸਨ। ਅੱਛਾ ਠੀਕ ਹੈ। 50 ਮੇਰੇ ਵਾਲਦ ਸਾਹਿਬ ਦੀ ਸ਼ਾਦੀ ਹੋਈ ਸੀ, 51 ਦੀ ਮੇਰੀ ਪਦਾਇਸ਼ ਹੈ। ਠੀਕ ਹੋ ਗਿਆ। ਅਸੀਂ ਤੇ ਹੁਣ ਸਮਝ ਨਹੀਂ ਸਕਦੇ ਲੋਕੀ। ਬਿਲਕੁਲ। ਲੋਕੀ ਜਦੋਂ ਬਾਹਰ ਆ ਜਾਂਦੇ ਨਾ, ਦਰਖਤ ਨਹੀਂ ਸੀ ਹੁੰਦਾ, ਮਕਾਨਾਂ ਦੇ ਛੱਤਾਂ ਦੇ ਜਿਹੜੀ ਮਕਾਨਾਂ ਦੀਆਂ ਦੀਵਾਰਾਂ ਹੁੰਦੀਆਂ ਹਨ ਉਹਨਾਂ ਦੀ ਛਾਂ 'ਚ ਮੰਜੀ ਡਾਣੀ, ਫਿਰ ਧੁੱਪ ਆ ਜਾਣੀ, ਫਿਰ ਆਉਣ ਘਸੀਟ ਲੈਣੀ, ਰੋਜ਼ੇ ਰੱਖਣੇ, ਦੁਪੱਟੇ ਗਿੱਲੇ ਕਰ ਕੁੱਤੇ ਲੈ ਲੈਣੇ। ਬਿਲਕੁਲ ਸਹੀ। ਕੋਈ ਬਿਜਲੀ ਨਹੀਂ ਸੀ ਹੁੰਦੀ, ਬਿਲਕੁਲ ਇਸ ਤਰ੍ਹਾਂ ਕੁਝ ਨਹੀਂ ਸੀ ਹੁੰਦਾ। ਅਸਾਂ ਇਹਦਾ ਨਾਂ ਕੀ ਇਹ ਰਬੂਏ ਨੂੰ ਦਿਲ ਦੀਆਂ ਮੁਹੱਬਤਾਂ ਨਾਲ ਆਬਾਦ ਕੀਤਾ। ਬਿਲਕੁਲ ਬਜਾਏ ਅੱਜ ਅਗਰ ਇਸ ਚੀਜ਼ ਦੀ ਕੋਈ ਕਦਰ ਨਹੀਂ ਕਰਦਾ ਸਾਡੀ, ਉਹਦੇ ਤੇ ਵੀ ਸਾਨੂੰ ਅਫਸੋਸ ਹੈ। ਬਿਲਕੁਲ। ਅਗਰ ਆਉਣ ਵਾਲੇ ਜਿਹੜੇ ਬੱਚੇ ਨੇ, ਜਿਹੜੇ ਆਉਣ ਵਾਲੀਆਂ ਨਸਲਾਂ ਨੇ, ਉਹਨਾਂ ਨੂੰ ਉਹ ਬਿਆਨ ਕੀਤਿਆਂ ਸਮਝ ਨਹੀਂ ਆ ਸਕਦੀ, ਕਿਉਂਕਿ ਉਹਨਾਂ ਤੇ ਇਸ ਜ਼ਿੰਦਗੀ ਅਜੀਬ ਤਰ੍ਹਾਂ ਦੀ ਪਾਈ ਹੈ। ਬਿਲਕੁਲ। ਜਿਹੜੀ ਅਸਾਂ ਜ਼ਿੰਦਗੀ ਪਾਈ ਉਹ ਸਾਨੂੰ ਪਤਾ, ਕਲਰ ਪਾਣੀ ਕੋਈ ਨਹੀਂ, ਉਜਾੜੇ ਸਾਰੇ ਮਹੱਲੇ 'ਚ 5 ਮਕਾਨ ਨੇ, 6 ਮਕਾਨ ਨੇ, ਆਵਾਜ਼ ਮਾਰਿਆ ਵੀ ਕੋਈ ਨਹੀਂ ਸੁਣਦਾ ਪਿਆ। ਬਿਲਕੁਲ। ਲੇਕਿਨ ਬਜ਼ੁਰਗਾਂ ਦਾ ਆਵੇ ਕਿ ਸ਼ਹਿਰ ਆਬਾਦ ਕਰਨਾ। ਬਿਲਕੁਲ ਸਹੀ। ਤੁਸੀਂ ਇੱਕ ਚੀਜ਼ ਦੇਖੀ ਹੋਏਗੀ ਪਾਲ ਸਾਹਿਬ ਕਿ ਜਿਹੜੇ ਲੋਕ ਬਾਹਰ ਆ ਜਾਂਦੇ ਨੇ ਨਾ, ਉਹ ਬਾਹਰ ਆ ਕੇ ਤੇ ਇਨਸਾਨ ਦੇ ਦਿਲ ਦੇ ਵਿੱਚ ਇਹ ਖਿਆਲ ਆਉਣਾ ਸ਼ੁਰੂ ਹੋ ਜਾਂਦਾ ਕਿ ਮੈਂ ਇੰਜ ਕੀਤਾ ਤੇ ਮੈਨੂੰ ਇਸ ਵਾਸਤੇ ਕਾਮਯਾਬੀ ਹੋ ਗਈ, ਮੈਂ ਇਹ ਕੀਤਾ ਤੇ ਮੈਨੂੰ ਇਹ ਮਿਲ ਗਿਆ। ਹਾਂਜੀ। ਆਪਣੀ ਕੋਈ ਸਾਡੀ ਇਹਦੇ 'ਚ ਕੋਈ ਕਮਾਲ ਨਹੀਂ ਜੇ। ਹਾਂਜੀ। ਆ ਸਭ ਸਾਨੂੰ ਜਮਾਤ ਦੀ ਬਦੌਲਤ ਲੱਭਾ ਜੇ। ਬਿਲਕੁਲ ਸਹੀ। ਸਭ ਕੁਝ ਦੋਸਤੋ ਸਾਨੂੰ ਜਮਾਤ ਦੀ ਬਦੌਲਤ ਲੱਭਾ ਜੇ। ਤੁਸੀਂ ਆਪਣੀਆਂ ਖੂਬੀਆਂ ਬਾਅਦ ਮੇਰੀ ਦੁਕਾਨ ਤੇ ਬਹਿ ਕੇ ਦੋਸਤ ਦੂਸਰੇ ਨਾਲ ਦੇ ਸਾਥੀ ਨੂੰ ਗੱਲ ਸੁਣਾ ਰਹੇ ਹੁੰਦੇ ਨੇ ਤੇ ਮੈਂ ਉਹਨਾਂ ਦੇ ਦਾਦੇ ਨੂੰ ਵੀ ਜਾਣਦਾ ਹੁੰਨਾ। ਬਿਲਕੁਲ ਠੀਕ। ਉਹਨਾਂ ਦੇ ਬਾਪ ਨੂੰ ਵੀ ਜਾਣਦਾ ਹੁੰਨਾ। ਮੈਂ ਹੈਰਾਨ ਹੁੰਨਾ ਕਿ ਇਹਨਾਂ ਕੋਲ ਤੇ ਸਾਈਕਲ ਵੀ ਨਹੀਂ ਹੁੰਦਾ। ਤੂੰ ਕਹਿੰਦਾ ਮੇਰੀ ਮਾਂ ਕੋਲ BMW ਸੀ ਤੇ ਮੇਰੇ ਪਿਓ ਕੋਲ ਮਰਸੀਡੀਜ਼ ਸੀ ਤੇ ਮੇਰੇ ਕੋਲ। ਮੈਂ ਹੈਰਾਨ ਪਰੇਸ਼ਾਨ ਹੁੰਨਾ ਬਸ ਕਿਉਂ ਆਪਣੀ ਔਕਾਤ ਨੂੰ ਭੁੱਲ। ਸਾਡੇ ਕਲਚਰ ਦੇ ਵਿੱਚ ਇਹ ਜਿਹੜੀ ਚੀਜ਼ ਹੈ ਨਾ। ਬਾਕੀ ਤੇ ਵੇਖੋ ਪਾਲ ਸਾਹਿਬ, ਸਿਹਤ ਜਿਸ ਬੰਦੇ ਕੋਲ ਸਿਹਤ ਨਹੀਂ, ਸਭ ਤੋਂ ਵੱਡੀ ਦੌਲਤ ਕਹਿੰਦੇ ਨੇ ਸਿਹਤ ਹੈ। ਜਿਸ ਬੰਦੇ ਕੋਲ ਸਿਹਤ ਨਹੀਂ ਹੈ ਉਹ ਦੁਨੀਆ ਦਾ ਗਰੀਬ ਤਰੀਨ ਇਨਸਾਨ ਹੈ, ਔਰ ਜਿਹੜਾ ਸਿਹਤਮੰਦ ਹੈ ਉਹ ਦੁਨੀਆ ਦਾ ਅਮੀਰ ਤਰੀਨ ਇਨਸਾਨ ਹੈ। ਤੇ ਆ ਬੜੀਆਂ ਅੱਛੀਆਂ ਗੱਲਾਂ ਤੁਸੀਂ ਅੱਜ ਜ਼ਿਕਰ ਕੀਤਾ। ਇਨਸ਼ਾਅੱਲਾ ਤਾਲਾ ਦੋਸਤ ਜਿਹੜੇ ਸੁਣਨਗੇ ਦੁਨੀਆ ਭਰ 'ਚ ਤੁਹਾਡੀਆਂ ਗੱਲਾਂ ਤੋਂ ਫਾਇਦਾ ਵੀ ਉਠਾਉਣਗੇ, ਇਸਤਫਾਦਾ ਕਰਨਗੇ। ਸਾਰੇ ਦੋਸਤਾਂ ਨੂੰ ਦੁਆ ਦੀ ਦਰਖਾਸਤ ਕਰਾਂਗਾ
ਕਿ ਮੈਂ ਹੁਣ 72 ਸਾਲ ਦੀ ਉਮਰ 'ਚ ਹੋ ਗਿਆ। ਮੈਂ 13 ਸਾਲ ਦਾ ਸਾਂ ਜਦੋਂ ਲੋਕਾਂ ਦੀ ਖਿਦਮਤ ਕਰਨ ਲੱਗਾ, ਕਿਉਂਕਿ ਮੇਰੇ ਵਾਲਦ ਸਾਹਿਬ ਗਰੀਬ ਸਨ ਤੇ ਮੈਂ ਛੋਟੀ ਉਮਰ ਵਿੱਚ 6ਵੀਂ 7ਵੀਂ 'ਚ ਜਦੋਂ ਸਕੂਲ ਜਾਂਦਾ ਸਾਂ, ਸ਼ਾਮ ਨੂੰ ਆ ਕੇ ਵਾਲਦ ਸਾਹਿਬ ਨਾਲ ਕੰਮ ਕਰਦਾ ਸਾਂ। ਅੱਛਾ 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 ਅੱਛਾ। ਤੇ ਅੱਜ ਤੱਕ ਮੈਂ ਕਰਦਾ ਆ। ਇੱਥੇ ਆ ਕੇ ਵੀ ਇਹੋ ਸੀ ਖਲੀਫਾ ਵਕਤ ਹਜ਼ਰਤ ਖਲੀਫਾ ਤੋਂ ਮਸੀਹ ਰਾਬੇ ਰਹਿਮਤੁல்லாਹ ਤਾਲਾ ਨੇ ਦਵਾ ਦਿੱਤੀ ਸੀ ਕਿ ਆਪਨੇ ਅੱਛਾ ਆਪਣਾ ਕੰਮ ਨਹੀਂ ਛੋੜਾ। ਬਿਲਕੁਲ ਸਹੀ। ਉਹਦੀ ਬਦੌਲਤ ਹੀ ਮੈਂ ਬੇਸ਼ੁਮਾਰ ਰੰਗ ਦੋਸਤੋ ਦੇਖੇ ਜੀ। ਕਾਮ ਦੀ ਬਰਕਤ, ਮਤ ਆਪਣੀਆਂ ਖੂਬੀਆਂ ਸਮਝੋ, ਜਿਹੜੀਆਂ ਬਜ਼ੁਰਗਾਂ ਦੀਆਂ ਦੁਆਵਾਂ ਜੇ ਉਹ ਤੁਸੀਂ ਨਹੀਂ ਸਮਝ ਸਕਦੇ। ਬਿਲਕੁਲ ਬਜਾਏ ਅਸਾਂ ਉਹਦਾ ਫਲ ਪਾਇਆ ਜੇ। ਬਿਲਕੁਲ ਉਹਦੀ ਜ਼ਿੰਦਾ ਮਿਸਾਲ, ਜ਼ਿੰਦਾ ਮਿਸਾਲ ਉਹਦਾ ਫਲ ਪਾਇਆ ਜੇ। ਬਿਲਕੁਲ ਠੀਕ ਹੈ। ਬਹੁਤ ਸ਼ੁਕਰੀਆ ਜੀ ਤੁਹਾਡਾ ਟਾਈਮ ਦੇਣ ਦਾ, ਤੇ ਇਨਸ਼ਾਅੱਲਾ ਦੋਸਤ ਇਸ ਤੋਂ ਇਸਤਫਾਦਾ ਵੀ ਕਰਨਗੇ, ਤਾਂ ਆਪਣੇ ਉਹ ਕਮੈਂਟਸ ਰਿਮਾਰਕਸ ਨੂੰ ਇਨਸ਼ਾਅੱਲਾ ਨਵਾਜ਼ਣਗੇ। ਓਕੇ ਜੀ, ਅਸਲਾਮ ਵਾਲੇਕੁਮ।